ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫੋਰ ਐਲਵਰਸ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਟੱਡੀ ਫੋਰ ਐਲਵਰਸ ਦੇ ਉੱਪਰ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਮਾਸਟਰ ਕੈਡਰ ਕੈਮਿਸਟਰੀ ਦਾ ਅਟੋਮਿਕ ਸਟਰਕਚਰ ਜਿਹੜਾ ਟੌਪਿਕ ਕਰ ਰਹੇ ਸੀ, ਤੇ ਜੋ ਤੁਸੀਂ ਦੇਖ ਰਹੇ ਹੋ ਨਾ ਅੰਡਰਲਾਈਨ ਪੋਰਸ਼ਨ, ਇਹ ਪੋਰਸ਼ਨ ਆਪਣਾ ਹੋ ਚੁੱਕਿਆ। ਐਂਡ ਅੱਜ ਦੇ ਪਾਰਟ 4 ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕੁਆਂਟਮ ਮਕੈਨੀਕਲ ਮਾਡਲ ਬਾਰੇ, ਤੇ ਡੁਅਲ ਨੇਚਰ ਆਫ ਮੈਟਰ ਬਾਰੇ ਵੀ ਡਿਸਕਸ ਕਰਾਂਗੇ, ਐਂਡ ਡੀ ਬਰੋਗਲੇ ਰਿਲੇਸ਼ਨਸ਼ਿਪ ਐਂਡ ਹੈਜ਼ਨਬਰਗ ਅਨਸਰਟਨਿਟੀ ਪ੍ਰਿੰਸੀਪਲ। ਠੀਕ ਹੈ, ਇਹ ਟੌਪਿਕਸ ਜਿਹੜੇ ਨੇ ਆਪਾਂ ਅੱਜ ਡਿਸਕਸ ਕਰਾਂਗੇ। ਓਕੇ, ਸੋ ਲੈਟ ਅਸ ਸਟਾਰਟ ਦਾ ਟੌਪਿਕ ਦੈਟ ਇਜ਼ ਫਸਟ ਆਫ ਆਲ ਦਾ ਟੌਪਿਕ ਇਜ਼ ਡੁਅਲ ਨੇਚਰ ਆਫ ਮੈਟਰ। ਹਾਂਜੀ, ਡੁਅਲ ਨੇਚਰ ਆਫ ਮੈਟਰ ਦਾ ਕੀ ਮਤਲਬ ਹੈ? ਦੇਖੋ, ਦੋ ਸਾਇੰਟਿਸਟ ਸੀਗੇ, ਦੈਟ ਇਜ਼ ਫਰਸਟ ਸੀਗਾ ਆਇਨਸਟਾਈਨ ਐਂਡ ਸੈਕਿੰਡ ਸੀਗੇ ਡੀ ਬਰੋਗਲੇ। ਜੋ ਆਇਨਸਟਾਈਨ ਸੀ ਉਹਨਾਂ ਦਾ ਇਹ ਮੰਨਣਾ ਸੀਗਾ ਕਿ ਜਿਹੜੀ ਲਾਈਟ ਹੈ, ਠੀਕ ਹੈ, ਉਹਦਾ ਵੇਵ ਨੇਚਰ ਵੀ ਹੁੰਦਾ ਹੈ ਅਤੇ ਪਾਰਟੀਕਲ ਨੇਚਰ ਵੀ ਹੁੰਦਾ ਹੈ। ਬਟ ਜਿਹੜੇ ਡੀ ਬਰੋਗਲੇ ਸੀ ਉਹ ਕਹਿੰਦੇ ਠੀਕ ਹੈ, ਬਟ ਡੀ ਬਰੋਗਲੇ ਨੇ ਇਹ ਕਿਹਾ ਕਿ ਜਿਹੜੇ ਵੀ ਮਾਈਕਰੋਸਕੋਪਿਕ ਪਾਰਟੀਕਲਸ ਹੁੰਦੇ ਨੇ, ਜਿੱਦਾਂ ਇਲੈਕਟ੍ਰੋਨਸ ਹੋ ਗਏ, ਪ੍ਰੋਟੋਨਸ ਹੋ ਗਏ, ਐਟਮਸ, ਮੋਲੀਕਿਊਲ, ਉਹ ਕਹਿੰਦੇ ਵੀ ਇਹਨਾਂ ਦਾ ਵੀ ਡੁਅਲ ਕਰੈਕਟਰ ਹੁੰਦਾ ਹੈ। ਠੀਕ ਹੈ, ਡੁਅਲ ਕਰੈਕਟਰ ਦਾ ਮੀਨਿੰਗ ਇਹੀ ਹੁੰਦਾ ਵੀ ਨਾਲੇ ਉਹਦਾ ਪਾਰਟੀਕਲ ਨੇਚਰ ਹੋਣਾ, ਨਾਲੇ ਉਹਦਾ ਵੇਵ ਨੇਚਰ ਹੋਣਾ। ਠੀਕ ਹੈ, ਸੋ ਅਗਲਾ ਪੁਆਇੰਟ ਤੁਸੀਂ ਦੇਖੋ, ਦ ਵੇਵਸ ਐਸੋਸੀਏਟਡ ਵਿਦ ਮਟੀਰੀਅਲ ਪਾਰਟੀਕਲ ਆਰ ਕੋਲਡ। ਸੋ ਜੇਕਰ ਇੱਕ ਲਾਈਟ ਦਾ ਜਾਂ ਮਾਈਕਰੋਸਕੋਪਿਕ ਪਾਰਟੀਕਲਸ ਜਿਹੜੇ ਨੇ ਉਹਨਾਂ ਦਾ ਵੀ ਡੁਅਲ ਕਰੈਕਟਰ ਹੈ ਨਾ, ਤਾਂ ਦੈਟ ਮੀਨ ਜੇਕਰ ਡੁਅਲ ਕਰੈਕਟਰ ਆ ਤਾਂ ਉਹਨਾਂ ਦਾ ਵੇਵ ਨੇਚਰ ਵੀ ਹੋਊਗਾ। ਜਿਹੜੀਆਂ ਉਹ ਵੇਵਸ ਹੁੰਦੀਆਂ ਨੇ ਉਹਨਾਂ ਨੂੰ ਮੈਟਰ ਵੇਵਸ ਕਿਹਾ ਜਾਂਦਾ ਹੈ। ਡੀ ਬਰੋਗਲੇ ਨੇ ਉਹਨਾਂ ਵੇਵਸ ਦਾ ਨਾਮ ਮੈਟਰ ਵੇਵਸ ਰੱਖਿਆ, ਐਂਡ ਉਹਨਾਂ ਨੂੰ ਡੀ ਬਰੋਗਲੇ ਵੇਵਸ ਵੀ ਕਿਹਾ ਜਾਂਦਾ ਹੈ। ਡੁਅਲ ਨੇਚਰ ਦਾ ਮਤਲਬ ਇਹੀ ਹੁੰਦਾ ਕਿ ਕਿਸੇ ਪਾਰਟੀਕਲ ਦਾ ਵੇਵ ਨੇਚਰ ਵੀ ਹੋਣਾ ਅਤੇ ਪਾਰਟੀਕਲ ਨੇਚਰ ਵੀ ਹੋਣਾ। ਠੀਕ ਹੈ, ਨੈਕਸਟ ਹੈ ਡੀ ਬਰੋਗਲੇ ਰਿਲੇਸ਼ਨ। ਡੀ ਬਰੋਗਲੇ ਰਿਲੇਸ਼ਨ ਤੁਸੀਂ ਦੇਖ ਰਹੇ ਹੋ, ਲੈਮਡਾ ਇਜ਼ ਇਕੁਅਲ ਟੂ H/mc। ਇਹ ਡੀ ਬਰੋਗਲੇ ਰਿਲੇਸ਼ਨ ਹੈ, ਬਟ ਇਹ ਰਿਲੇਸ਼ਨ ਫॉर ਫੋਟੋਨ ਹੈ। ਠੀਕ ਹੈ ਨਾ, ਫॉर ਫੋਟੋਨ। ਐਂਡ H ਕੀ ਹੈ? ਪਲੈਂਕਸ ਕਾਂਸਟੈਂਟ। V ਕੀ ਹੈ? ਵੈਲੋਸਿਟੀ, ਮਤਲਬ C ਵੀ ਕਹਿ ਸਕਦੇ ਹੋ। ਬਟ P ਕੀ ਹੈ? ਮੋਮੈਂਟਮ ਆਫ ਪਾਰਟੀਕਲ। ਠੀਕ ਹੈ, ਮੋਮੈਂਟਮ ਆਫ ਪਾਰਟੀਕਲ ਮੀਨਸ MC ਨੂੰ ਤੁਸੀਂ P ਵੀ ਲਿਖ ਸਕਦੇ ਹੋ। ਜੇਕਰ ਤੁਸੀਂ ਮਾਸ ਪੁੱਟ ਕਰ ਦਿੰਦੇ ਹੋ ਕਿਸੇ ਪਾਰਟੀਕਲ ਦਾ, ਐਂਡ C ਦੀ ਜਗ੍ਹਾ 'ਤੇ ਤੁਸੀਂ V ਪੁੱਟ ਕਰ ਦਿੰਦੇ ਹੋ, ਤਾਂ ਤੁਹਾਡੇ ਕੋਲ ਮਟੀਰੀਅਲ ਦਾ ਜਿਹੜਾ ਮਟੀਰੀਅਲ ਹੁੰਦਾ ਉਹਦੀ ਵੇਵਲੈਂਥ ਕਿੰਨੀ ਆ ਜਾਊਗੀ? ਲੈਮਡਾ ਇਜ਼ ਇਕੁਅਲ ਟੂ H/mv। ਹੁਣ ਜਿਹੜਾ ਇਹ MV ਹੈ, ਠੀਕ ਹੈ ਨਾ, MV ਇੱਕ ਮੋਮੈਂਟਮ ਹੀ ਹੈ, ਇਸ ਕਰਕੇ ਇਹਨੂੰ ਅਸੀਂ P ਵੀ ਪੁੱਟ ਕਰ ਸਕਦੇ ਹਾਂ। ਤਾਂ ਇਹ ਬਹੁਤ ਇੰਪੋਰਟੈਂਟ ਹੈ, ਇਸ ਦੇ ਬੇਸ 'ਤੇ ਜਿਹੜੇ ਨੇ ਨੂਮੈਰੀਕਲ ਬਣ ਸਕਦੇ ਨੇ। ਓਕੇ, 1 ਮਾਰਕ 'ਚ ਨੂਮੈਰੀਕਲ ਬਣ ਸਕਦਾ ਹੈ। ਨੈਕਸਟ ਹੈ ਦ ਵੇਵ ਨੇਚਰ ਆਫ ਇਲੈਕਟ੍ਰੋਨਸ ਵਾਜ਼ ਐਕਸਪੈਰੀਮੈਂਟਲੀ ਵੈਰੀਫਾਈਡ ਬਾਈ ਡੈਵਿਸਨ ਐਂਡ ਜਰਮਰ। ਇਹਨਾਂ ਨੇ ਸਿਰਫ ਦੱਸਿਆ ਸੀ ਕਿ ਵੇਵ ਨੇਚਰ ਹੁੰਦਾ ਇਲੈਕਟ੍ਰੋਨਸ ਦਾ, ਬਟ ਜਿਹੜਾ ਵੈਰੀਫਾਈ ਕੀਤਾ ਕਿ ਕਲੀਅਰ ਕਰ ਲਿਆ, ਇਹ ਕਿਹਨਾਂ ਨੇ ਕੀਤਾ? ਡੈਵਿਸਨ ਐਂਡ ਜਰਮਰ ਨੇ 1927 ਦੇ ਵਿੱਚ, 1 ਸਾਲ ਬਾਅਦ ਫਿਰ ਥੋਮਸਨ ਨੇ ਵੀ ਇਸ ਨੂੰ ਜਿਹੜਾ ਹੈ ਐਕਸਪੈਰੀਮੈਂਟਲੀ ਫਾਈਂਡ ਕੀਤਾ। ਡੈਵਿਸਨ ਐਂਡ ਜਰਮਰ ਐਕਸਪੈਰੀਮੈਂਟ ਦੇਖੋ ਕੀ ਸੀਗਾ, ਉਹਨਾਂ ਨੇ ਇੱਕ ਲੈਂਪ ਲਿਆ। ਠੀਕ ਹੈ, ਲੈਂਪ ਦੇ ਵਿੱਚੋਂ ਲਾਈਟ ਆਈ ਅਤੇ ਮੀਨਸ ਇਲੈਕਟ੍ਰੋਨ ਬੀਮ ਆ ਰਹੀ ਹੈ। ਇਲੈਕਟ੍ਰੋਨ ਬੀਮ ਨੂੰ ਪਾਸ ਕਰਵਾਇਆ ਗਿਆ ਇਲੈਕਟ੍ਰਿਕ ਫੀਲਡ ਦੇ ਵਿੱਚੋਂ ਦੀ। ਇਲੈਕਟ੍ਰਿਕ ਫੀਲਡ ਦੇ ਵਿੱਚੋਂ ਦੀ ਜਦੋਂ ਲੰਘ ਗਈ ਇਲੈਕਟ੍ਰਿਕ ਬੀਮ, ਦੈਨ ਉਹ ਗਈ ਨਿੱਕਲ ਕ੍ਰਿਸਟਲ ਦੇ ਵਿੱਚ। ਨਿੱਕਲ ਕ੍ਰਿਸਟਲ ਤੋਂ ਬਾਅਦ ਤੁਸੀਂ ਦੇਖ ਪਾ ਰਹੇ ਹੋ ਜੋ ਲਾਈਟ ਹੈਗੀ ਹੈ ਡਾਇਫਰੈਕਟ ਹੋ ਗਈ। ਦੇਖ ਰਹੇ ਹੋ ਨਾ, ਡਾਇਫਰੈਕਟ ਹੋਣ ਤੋਂ ਬਾਅਦ ਕੁਝ ਰਿੰਗਸ ਜਿਹੜੀਆਂ ਨੇ ਸਕਰੀਨ 'ਤੇ ਬਣ ਗਈਆਂ। ਇਹਨਾਂ ਰਿੰਗਸ ਨੂੰ ਕਹਿੰਦੇ ਨੇ ਡਾਇਫਰੈਕਸ਼ਨ ਰਿੰਗਸ। ਓਕੇ, ਡੈਵਿਸਨ ਐਂਡ ਜਰਮਨ ਦਾ ਐਕਸਪੈਰੀਮੈਂਟ ਸੀ। ਐਗਜ਼ਾਮ 'ਚ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਜਿਹੜਾ ਡੈਵਿਸਨ ਐਂਡ ਜਰਮਨ ਦਾ ਐਕਸਪੈਰੀਮੈਂਟ ਸੀਗਾ, ਇਹ ਕਿਹਦੇ ਬੇਸ 'ਤੇ ਸੀ? ਡੈਟ ਇਜ਼ ਇਲੈਕਟ੍ਰੋਨਸ ਬਾਰੇ ਸਟੱਡੀ ਕਰ ਰਹੇ ਸੀ, ਉਹਨਾਂ ਦੇ ਵੇਵਸ ਬਾਰੇ। ਠੀਕ ਹੈ, ਸੋ ਡਾਇਫਰੈਕਸ਼ਨ ਰਿੰਗਸ ਇੱਥੇ ਓਬਟੇਨ ਹੋ ਰਹੀਆਂ ਨੇ, ਐਂਡ ਇਸ ਫਿਨੋਮੀਨਾ ਨੂੰ ਅਸੀਂ ਕੀ ਕਹਿੰਦੇ ਹਾਂ? ਦਿਸ ਫਿਨੋਮੀਨਾ ਇਜ਼ ਡਾਇਫਰੈਕਸ਼ਨ। ਫਿਰ ਇਹ ਵੀ ਓਬਜ਼ਰਵ ਕੀਤਾ ਗਿਆ ਕਿ ਐਵੇਂ ਦਾ ਪੈਟਰਨ ਤਾਂ ਉਦੋਂ ਵੀ ਹੁੰਦਾ ਜਦੋਂ ਐਕਸਰੇਜ਼ ਲਈ ਇਹ ਐਕਸਪੈਰੀਮੈਂਟ ਕੀਤਾ ਜਾਂਦਾ ਹੈ। ਐਕਸਰੇਜ਼ ਦੇ ਵਿੱਚ ਵੀ ਐਵੇਂ ਰਿੰਗਸ ਬਣਦੀਆਂ ਨੇ। ਤਾਂ ਇੱਥੋਂ ਇਹ ਕਨਕਲੂਡ ਕੀਤਾ ਗਿਆ ਕਿ ਜਿਹੜੇ ਇਲੈਕਟ੍ਰੋਨਸ ਨੇ ਉਹ ਐਕਸਰੇਜ਼ ਦੀ ਤਰ੍ਹਾਂ ਹੀ ਬਿਹੇਵ ਕਰਦੇ ਨੇ। ਨੈਕਸਟ ਸੀਗੇ ਥੋਮਸਨ ਨੇ ਵੀ ਐਕਸਪੈਰੀਮੈਂਟ ਕੀਤਾ ਫॉर ਦ ਇਲੈਕਟ੍ਰੋਨਸ। ਉਹਨਾਂ ਨੇ ਉਹੀ ਇਲੈਕਟ੍ਰੋਨ ਜਿਹੜਾ ਮਤਲਬ ਇਵੇਂ ਸੇਮ ਹੀ ਐਕਸਪੈਰੀਮੈਂਟ ਕੀਤਾ ਇਲੈਕਟ੍ਰੋਨ ਦੇ ਉੱਤੇ, ਬਟ ਇਹਨਾਂ ਨੇ ਪ੍ਰੋਟੋਨ, ਨਿਊਟਰੋਨ, ਹਾਈਡਰੋਜਨ ਐਟਮ, ਇਹ ਸਾਰੇ ਮਤਲਬ ਪਾਰਟੀਕਲਸ ਜਿਹੜੇ ਸੀ ਮਾਈਕਰੋਸਕੋਪਿਕ ਦੇ ਉੱਤੇ ਕੀਤਾ। ਬਟ ਕਨਕਲੂਜ਼ਨ ਇਹਨਾਂ ਦਾ ਵੀ ਸੇਮ ਹੀ ਨਿਕਲਿਆ। ਠੀਕ ਹੈ ਨਾ, ਕਿ ਵੇਵ ਜਦੋਂ ਰਿੰਗਸ ਬਣੀਆਂ ਡਾਇਫਰੈਕਸ਼ਨ ਰਿੰਗਸ, ਤਾਂ ਇਟ ਮੀਨ ਇਹੀ ਹੁੰਦਾ ਕਿ ਯੈਸ ਕਿਸੇ ਵੀ ਜਿਹੜਾ ਮਟੀਰੀਅਲ ਪਾਰਟੀਕਲ ਉਹ ਲੈ ਰਹੇ ਨੇ, ਇਹਦਾ ਮਤਲਬ ਇਹੀ ਹੁੰਦਾ ਕਿ ਉਹਨਾਂ ਕੋਲ ਡੁਅਲ ਕਰੈਕਟਰ ਹੈਗਾ। ਠੀਕ ਹੈ ਨਾ, ਸੋ ਇੱਕ ਨੋਟ ਕਰਨ ਵਾਲੀ ਇਹੀ ਗੱਲ ਹੈ ਕਿ ਨੰਬਰ ਆਫ ਵੇਵਸ ਕਿੰਨੀਆਂ ਹੁੰਦੀਆਂ ਨੇ nth ਆਰਬਿਟ ਦੇ ਵਿੱਚ, ਤਾਂ ਓਨੀਆਂ ਹੀ ਆਰਬਿਟ ਦੇ ਮੀਨਸ n ਹੀ ਹੁੰਦੀਆਂ ਨੇ। ਓਕੇ, ਨੰਬਰ ਆਫ ਵੇਵਸ n ਹੀ ਹੋਣਗੀਆਂ। ਜੇ 5 ਆਰਬਿਟ ਹੈ ਤਾਂ 5 ਨੰਬਰ ਆਫ ਵੇਵਸ ਹੋਣਗੀਆਂ। ਠੀਕ ਹੈ, ਇਸ ਤਰੀਕੇ ਨਾਲ।
ਨੈਕਸਟ ਹੈ ਤੁਹਾਡੇ ਸਿਲੇਬਸ ਦੇ ਵਿੱਚ ਹਿਜ਼ਨਬਰਗ ਅਨਸਰਟੇਨਿਟੀ ਪ੍ਰਿੰਸੀਪਲ। ਦੇਖੋ ਇਹਦੇ ਵਿੱਚ ਕੀ ਹੁੰਦਾ ਹੈ, ਦਿਸ ਪ੍ਰਿੰਸੀਪਲ ਸਟੇਟਸ ਦੈਟ, ਇਹ ਪ੍ਰਿੰਸੀਪਲ ਆਪਾਂ ਵੈਸੇ ਵੀ ਇਹ +1 +2 ਐਂਡ BSc ਲੈਵਲ ਦੇ ਵਿੱਚ ਵੀ ਇਹ ਅਨਸਰਟੇਨਿਟੀ ਪ੍ਰਿੰਸੀਪਲ ਕਾਫੀ ਵਾਰ ਯੂਜ਼ ਹੁੰਦਾ ਹੈ। ਮੀਨਸ ਮੈਂ ਮੰਨ ਕੇ ਚੱਲੂ ਵੀ ਇਹ ਤੁਸੀਂ ਆਲਰੇਡੀ ਪੜ੍ਹਿਆ ਹੋਊਗਾ, ਠੀਕ ਹੈ ਨਾ, ਇਹ ਤੁਹਾਡੇ ਲਈ ਟਫ ਨਹੀਂ ਰਹੂਗਾ ਟੌਪਿਕ। ਤਾਂ ਇਹਦੇ ਵਿੱਚ ਕੀ ਹੈਗਾ, ਦੇਖੋ ਇਹਦੇ ਵਿੱਚ ਇਹ ਹੁੰਦਾ ਹੈ ਕਿ ਦਿਸ ਪ੍ਰਿੰਸੀਪਲ ਸਟੇਟਸ ਇਟ ਇਜ਼ ਇੰਪੋਸੀਬਲ ਟੂ ਸਪੈਸੀਫਾਈ ਐਟ ਐਨੀ ਗਿਵਨ ਮੂਮੈਂਟ ਬੋਥ ਦਾ ਪੋਜੀਸ਼ਨ ਐਂਡ ਮੋਮੈਂਟਮ ਆਫ ਐਨ ਇਲੈਕਟ੍ਰੋਨ। ਮੀਨਸ ਐਟਮ ਹੈ, ਐਟਮ ਦੇ ਵਿੱਚ ਨਿਊਕਲੀਅਸ ਹੁੰਦਾ, ਨਿਊਕਲੀਅਸ ਦੇ ਆਲੇ ਦੁਆਲੇ ਕੀ ਹੁੰਦਾ, ਇਲੈਕਟ੍ਰੋਨ। ਹੁਣ ਇਹ ਕਹਿੰਦੇ, ਇਹ ਪ੍ਰਿੰਸੀਪਲ ਇਹ ਦੱਸਦੀ ਹੈ ਕਿ ਇੱਕ ਇਲੈਕਟ੍ਰੋਨ ਦੀ ਪੋਜੀਸ਼ਨ ਐਂਡ ਮੋਮੈਂਟਮ ਇੱਕੋ ਟਾਈਮ 'ਤੇ ਫਾਈਂਡ ਨਹੀਂ ਕੀਤੀ ਜਾ ਸਕਦੀ ਐਕੂਰੇਟਲੀ, ਠੀਕ ਹੈ ਨਾ। ਸਮਝ ਆ ਗਿਆ ਪ੍ਰਿੰਸੀਪਲ ਕੀ ਕਹਿ ਰਿਹਾ। ਤਾਂ ਮੈਥਮੈਟਿਕਲੀ ਤੁਸੀਂ ਇਹਨੂੰ ਕਿਵੇਂ ਰਿਪਰੈਜ਼ੈਂਟ ਕਰੋਗੇ, ਦੈਟ ਇਜ਼ ਡੈਲਟਾ x ਇੰਟੂ ਡੈਲਟਾ p ਇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ h/4π। ਹੁਣ ਜੋ ਇੱਥੇ ਡੈਲਟਾ x ਹੈ, ਵਾਟ ਇਜ਼ ਦਿਸ ਇਜ਼ ਅਨਸਰਟੇਨਿਟੀ ਇਨ ਪੋਜੀਸ਼ਨ। ਡੈਲਟਾ p ਕੀ ਹੈ, ਦਿਸ ਇਜ਼ ਅਨਸਰਟੇਨਿਟੀ ਇਨ ਮੋਮੈਂਟਮ। ਓਕੇ, ਇਸ ਦੇ ਬੇਸ 'ਤੇ ਵੀ ਨੂਮੈਰੀਕਲ ਹੈ ਜਿਹੜਾ ਉਹ ਬਣ ਸਕਦਾ ਹੈ। ਓਕੇ, ਮੀਨਸ ਇਹਨਾਂ ਦੋਨਾਂ ਦੀ ਪ੍ਰੋਡਕਟ ਕਰਵਾ ਕੇ ਕਿੰਨਾ ਆਇਆ ਹੋਇਆ, h/4π। ਅੱਗੇ ਅਸੀਂ ਦੇਖਦੇ ਹਾਂ, ਇਫ ਦਾ ਪੋਜੀਸ਼ਨ ਆਫ ਅ ਪਾਰਟੀਕਲ ਇਜ਼ ਮੈਜਰਡ ਐਕੂਰੇਟਲੀ। ਅਗਰ ਤੁਸੀਂ ਪੋਜੀਸ਼ਨ ਐਕੂਰੇਟਲੀ ਫਾਈਂਡ ਕਰ ਲਈ ਇੱਕ ਟਾਈਮ 'ਤੇ, ਤਾਂ ਫਿਰ ਕੀ ਹੋਏਗਾ, ਉਸ ਟਾਈਮ ਜੋ ਤੁਸੀਂ ਮੋਮੈਂਟਮ ਫਾਈਂਡ ਕੀਤਾ ਹੋਊਗਾ ਨਾ, ਉਸੇ ਟਾਈਮ 'ਤੇ ਉਹਦੇ ਵਿੱਚ ਬਹੁਤ ਜ਼ਿਆਦਾ ਐਰਰ ਆਏਗੀ, ਠੀਕ ਹੈ ਨਾ। ਜੇਕਰ ਤੁਸੀਂ ਮੋਮੈਂਟਮ ਫਾਈਂਡ ਕਰ ਲਿਆ ਇੱਕ ਟਾਈਮ 'ਤੇ, ਤਾਂ ਦੂਸਰੀ ਸਾਈਡ 'ਤੇ ਪੋਜੀਸ਼ਨ ਦੇ ਵਿੱਚ ਬਹੁਤ ਜ਼ਿਆਦਾ ਐਰਰ ਆਏਗੀ। ਦਿਸ ਇਜ਼ ਅਨਸਰਟੇਨਿਟੀ ਪ੍ਰਿੰਸੀਪਲ। ਓਕੇ, ਹੁਣ ਜੋ ਸਾਨੂੰ ਪਤਾ ਹੈ ਕਿ ਜੋ ਮੋਮੈਂਟਮ ਹੈ, ਮੀਨਸ ਅਨਸਰਟੇਨਿਟੀ ਇਨ ਮੋਮੈਂਟਮ ਹੈ, ਉਹ ਕਿਹਦੇ ਕੋਲ ਹੁੰਦਾ ਹੈ, m ਡੈਲਟਾ v ਦੇ। ਤੁਸੀਂ ਫਸਟ ਦੇ ਵਿੱਚ ਦੇਖ ਸਕਦੇ ਹੋ, ਫਸਟ ਦੇ ਵਿੱਚ ਇਹਨੂੰ ਪੁੱਟ ਕਰ ਦਿਓ ਡੈਲਟਾ p ਦੀ ਜਗ੍ਹਾ 'ਤੇ। ਜਦੋਂ ਡੈਲਟਾ p ਦੀ ਜਗ੍ਹਾ 'ਤੇ ਪੁੱਟ ਕਰੋਗੇ ਤਾਂ ਇੱਥੇ ਕੀ ਹੋ ਰਿਹਾ, m ਇਜ਼ ਕੌਨਸਟੈਂਟ, m ਨੂੰ ਤੁਸੀਂ ਉਧਰਲੀ ਸਾਈਡ ਲੈ ਜਾਓ, ਡੈਲਟਾ x ਇੰਟੂ ਡੈਲਟਾ v ਇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ h/4πm। ਮੀਨਸ ਜੋ ਇਹਨਾਂ ਦੋਨਾਂ ਦੀ ਪ੍ਰੋਡਕਟ ਹੈ ਉਹ ਗ੍ਰੇਟਰ ਤਾਂ ਹੋ ਸਕਦੀ ਹੈ, ਇਸ ਦੇ ਇਕੁਅਲ ਵੀ ਹੋ ਸਕਦੀ ਹੈ, ਬਟ ਲੈਸ ਕਦੇ ਨਹੀਂ ਹੋਊਗੀ, ਠੀਕ ਹੈ ਜੀ। ਤਾਂ ਤੁਸੀਂ ਦੇਖ ਸਕਦੇ ਹੋ, ਇਨ ਟਰਮਸ ਆਫ ਅਨਸਰਟੇਨਿਟੀ ਇਨ ਐਨਰਜੀ ਡੈਲਟਾ E ਐਂਡ ਅਨਸਰਟੇਨਿਟੀ ਇਨ ਟਾਈਮ, ਜੇਕਰ ਤੁਸੀਂ ਐਨਰਜੀ ਐਂਡ ਟਾਈਮ ਦੇ ਵਿੱਚ ਰਿਲੇਸ਼ਨ ਲਿਖਣਾ ਤਾਂ ਉਹ ਵੀ ਲਿਖਿਆ ਜਾਊਗਾ। ਤਾਂ ਸਾਰੇ ਐਕਸਪ੍ਰੈਸ਼ਨ ਜਿਹੜੇ ਨੇ ਤਿੰਨੋਂ ਤੁਹਾਨੂੰ ਲਰਨ ਹੋਣੇ ਚਾਹੀਦੇ ਨੇ। MCQ ਜਿਹੜਾ ਹੈ ਕਿਸੇ ਵੀ ਰਿਲੇਸ਼ਨ ਦੇ ਰਿਲੇਟਡ ਬਣ ਸਕਦਾ ਹੈ। ਵੀਡੀਓ ਨਾਲ ਬਣੇ ਰਹੋ, ਕਿਉਂਕਿ ਲਾਸਟ ਉੱਤੇ ਜਿਹੜੇ ਕੁਐਸਚਨ ਡਿਸਕਸ ਕੀਤੇ ਜਾਂਦੇ ਨੇ ਉਹ ਤੁਸੀਂ ਆਪਣੇ ਆਪ ਨੂੰ ਚੈੱਕ ਵੀ ਕਰ ਸਕਦੇ ਹੋ ਵੀਡੀਓ ਨੂੰ ਦੇਖਣ ਤੋਂ ਬਾਅਦ ਕਿ ਤੁਹਾਨੂੰ ਉਹ ਆ ਗਏ, ਕਲੀਅਰ ਹੋ ਗਏ ਜਾਂ ਨਹੀਂ। ਔਰ ਉਹ ਮੋਸਟ ਇੰਪੋਰਟੈਂਟ ਕੁਐਸਚਨ ਹੁੰਦੇ ਨੇ। ਮੈਂ ਇੱਦਾਂ ਹੀ ਕੁਐਸਚਨ ਜਿਹੜੇ ਸਿਲੈਕਟ ਕਰਨ ਦੇ ਵਿੱਚ ਵੀ ਟਾਈਮ ਲੱਗਦਾ, ਸੋ ਸਿਲੈਕਟਡ ਕੁਐਸਚਨ ਹੀ ਲਏ ਜਾਂਦੇ ਨੇ। ਓਕੇ, ਸੋ ਉਹਨਾਂ ਨੂੰ ਜ਼ਰੂਰ ਦੇਖਿਆ ਕਰੋ, ਉਹਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਸ ਪੈਟਰਨ ਦਾ ਕੁਐਸਚਨ ਆਉਂਦਾ ਹੈ, ਕਿਸ ਇਸ ਟੌਪਿਕ ਦੇ ਵਿੱਚੋਂ ਸਾਨੂੰ ਕਿਵੇਂ ਦੇ ਕੁਐਸਚਨ ਬਣ ਸਕਦੇ ਨੇ, ਠੀਕ ਹੈ ਜੀ। ਸੋ ਨੈਕਸਟ ਤੁਸੀਂ ਦੇਖ ਸਕਦੇ ਹੋ, ਕੈਲਕੂਲੇਟ ਦਾ ਵੇਵਲੈਂਥ ਆਫ ਐਨ ਇਲੈਕਟ੍ਰੋਨ ਮੂਵਿੰਗ ਵਿਦ ਦ ਵੈਲੋਸਿਟੀ ਆਫ ਦਿਸ। ਠੀਕ ਹੈ, ਤੁਸੀਂ ਵੇਵਲੈਂਥ ਕੱਢਣੀ ਹੈ ਇੱਕ ਇਲੈਕਟ੍ਰੋਨ ਦੀ ਜੋ ਇੰਨੀ ਵੈਲੋਸਿਟੀ ਨਾਲ ਮੂਵ ਕਰ ਰਿਹਾ। ਵੈਰੀ ਸਿੰਪਲ, ਇੱਥੇ ਤੁਸੀਂ ਤਾਂ ਹੀ ਕੱਢ ਸਕਦੇ ਹੋ ਜੇ ਤੁਹਾਨੂੰ ਡੀ ਬਰੋਗਲੇ ਰਿਲੇਸ਼ਨ ਜਿਹੜਾ ਹੈ ਯਾਦ ਹੈ। ਲੈਮਡਾ ਇਜ਼ ਇਕੁਅਲ ਟੂ h/mv ਲਗਾ ਦਿਓ। m ਤੁਹਾਨੂੰ ਪਤਾ ਹੈ ਕਿ ਕਿੰਨਾ ਹੁੰਦਾ ਮਾਸ ਆਫ ਇਲੈਕਟ੍ਰੋਨ, ਐਂਡ h Planck's ਵੈਲਿਊ ਕੌਨਸਟੈਂਟ ਹੁੰਦੀ ਹੈ, ਵੈਲੋਸਿਟੀ ਆਲਰੇਡੀ ਗਿਵਨ ਇਨ ਦ ਕੁਐਸਚਨ। ਸੋ ਪੁਟ ਆਲ ਦ ਵੈਲਿਊਜ਼ ਇਨ ਦ ਐਕਸਪ੍ਰੈਸ਼ਨ ਐਂਡ ਗੈਟ ਲੈਮਡਾ। ਲੈਮਡਾ ਜੋ ਹੈ ਆਫਟਰ ਕੈਲਕੂਲੇਸ਼ਨ ਯੂ ਵਿਲ ਗੈਟ 3.55 into 10⁻11 ਮੀਟਰ। ਹਾਂਜੀ, ਨਾउ idea of uncertainty in position and velocity overruled the Bohr's pictures of fixed orbits। ਜੋ ਬੋਹਰ ਨੇ ਐਕਸਪੈਰੀਮੈਂਟ ਦਿੱਤਾ ਸੀ, ਬੋਹਰ ਨੇ ਕਿਹਾ ਸੀ ਕਿ ਫਿਕਸਡ orbits are there, ਬਟ ਜੋ ਇਹ ਅਨਸਰਟੇਨਿਟੀ ਆਈ ਪੋਜੀਸ਼ਨ ਦੇ ਵਿੱਚ ਐਂਡ ਦ ਯੂ ਕੈਨ ਸੇ ਵੈਲੋਸਿਟੀ ਮੋਮੈਂਟਮ, ਠੀਕ ਹੈ ਨਾ, ਇਹ ਆਈਡੀਆ ਜਦੋਂ ਜਨਰੇਟ ਹੋਇਆ ਤਾਂ ਇੱਥੋਂ ਕੀ ਹੋਇਆ, ਜੋ ਬੋਹਰ ਨੇ ਕਿਹਾ ਸੀ ਕਿ ਫਿਕਸਡ orbits ਹੁੰਦੇ ਨੇ, ਠੀਕ ਹੈ ਨਾ, ਇਹ ਮੀਨਸ ਕੁਛ ਗਲਤ ਸਾਬਿਤ ਹੋਣ ਲੱਗਿਆ, ਓਵਰ ਰੂਲ। ਤਾਂ ਇਹ ਤੋਂ ਬਾਅਦ ਕੀ ਹੋਇਆ, ਬੋਹਰ ਦੇ ਵਿੱਚ ਕਾਫੀ ਸਾਰੀਆਂ ਲਿਮਿਟੇਸ਼ਨ ਸੀਗੀਆਂ, ਉਹਨਾਂ ਨੂੰ ਓਵਰ ਕਰਨ ਵਾਸਤੇ ਜੋ ਹੈ ਇੱਕ ਨਵਾਂ ਜਿਹੜਾ ਮਾਡਲ ਆਇਆ ਜਿਸ ਨੂੰ ਅਸੀਂ ਕੁਆਂਟਮ ਮਕੈਨੀਕਲ ਮਾਡਲ, ਜੋ ਅੱਜ ਦਾ ਸਾਡਾ ਟੌਪਿਕ ਵੀ ਹੈ ਮੇਨ, ਠੀਕ ਹੈ, ਉਹ ਪੜ੍ਹਨਾ ਸੀ। ਬੋਹਰ ਤੋਂ ਬਾਅਦ ਇੱਕ ਵਾਰੀ ਆਪਾਂ ਦੇਖ ਲੈਂਦੇ ਕਿ ਮਕੈਨਿਕਸ ਕੀ ਆ, ਠੀਕ ਹੈ ਨਾ, ਥੋੜ੍ਹਾ ਇੰਟਰੋ ਦੇ ਨਾਲ ਚੱਲਾਂਗੇ ਤਾਂ ਜ਼ਿਆਦਾ ਸਮਝ ਆਊਗਾ। ਮਕੈਨਿਕਸ ਜਿਹੜੀ ਹੈ ਇੱਕ ਦੋ ਤਰ੍ਹਾਂ ਦੀ ਮਕੈਨਿਕਸ ਹੋ ਸਕਦੀ ਹੈ, ਫਿਜ਼ਿਕਸ ਦੇ ਵਿੱਚ ਵੀ ਆਪਾਂ ਇਹਨੂੰ ਸਟੱਡੀ ਕਰਦੇ ਹੁੰਦੇ ਹਾਂ। ਇੱਕ ਤਾਂ ਹੁੰਦੀ ਹੈ ਕਲਾਸੀਕਲ ਮਕੈਨਿਕਸ ਅਤੇ ਦੂਸਰੀ ਹੁੰਦੀ ਹੈ ਕੁਆਂਟਮ ਮਕੈਨਿਕਸ। ਓਕੇ, ਕਲਾਸੀਕਲ ਮਕੈਨਿਕਸ ਤਾਂ ਰਹੀ ਸੀ ਫੇਲ, ਠੀਕ ਹੈ ਨਾ, ਮੀਨਸ
ਜੋ ਐਟਮ ਹੈ ਉਹਦੇ ਸਰਾਊਂਡਿੰਗ ਜਿਹੜੇ ਇਲੈਕਟ੍ਰੋਨ ਨੇ ਉਹਨਾਂ ਦਾ ਕਿਵੇਂ ਦਾ ਬਿਹੇਵੀਅਰ ਹੈ, ਉਹ ਕਿੱਦਾਂ ਮੋਸ਼ਨ 'ਚ ਨੇ, ਓਕੇ ਮੀਨਸ ਉਹਨੂੰ ਡਿਸਕਰਾਈਬ ਨਹੀਂ ਕਰ ਸਕੀ ਕਲਾਸੀਕਲ ਮਕੈਨਿਕਸ। ਫਿਰ ਆਉਂਦੀ ਹੈ ਇੱਕ ਕੁਆਂਟਮ ਮਕੈਨਿਕਸ। ਕੁਆਂਟਮ ਮਕੈਨਿਕਸ ਨੂੰ ਤੁਸੀਂ ਵੇਵ ਮਕੈਨਿਕਸ ਵੀ ਕਹਿ ਸਕਦੇ ਹੋ। ਕੁਆਂਟਮ ਮਕੈਨਿਕਸ ਵੀ ਸਾਇੰਸ ਦਾ ਹੀ ਬ੍ਰਾਂਚ ਹੈ that takes into account the dual behavior of matter। ਕੁਆਂਟਮ ਮਕੈਨਿਕਸ ਇਹ ਮੰਨ ਕੇ ਚੱਲਦੀ ਹੈ, ਕੁਆਂਟਮ ਮਕੈਨਿਕਸ ਤੁਸੀਂ ਉੱਥੇ ਹੀ ਅਪਲਾਈ ਕਰਦੇ ਹੋ ਜਿੱਥੇ ਵੀ ਮਟੀਰੀਅਲ ਦਾ ਡੁਅਲ ਬਿਹੇਵੀਅਰ ਹੁੰਦਾ ਹੈ, ਠੀਕ ਹੈ ਨਾ। ਮੀਨਸ ਕੁਆਂਟਮ ਜਿਹੜੀ ਹੈਗੀ ਹੈ ਡੁਅਲ ਬਿਹੇਵੀਅਰ ਆਫ ਮੈਟਰ 'ਤੇ ਅਪਲਾਈ ਕੀਤੀ ਜਾਂਦੀ ਹੈ ਕਿਉਂਕਿ ਇਹ ਉਹਨੂੰ ਕੰਸੀਡਰ ਕਰਕੇ ਹੀ ਚੱਲਦੀ ਹੈ। ਕੁਆਂਟਮ ਮਕੈਨਿਕਸ ਇਜ਼ ਅ ਥਿਓਰੈਟੀਕਲ ਸਾਇੰਸ। ਦੇਖੋ ਇਹ ਥਿਓਰੈਟੀਕਲ ਸਾਇੰਸ ਹੈ ਜੋ ਕਿ ਬਹੁਤ ਹੀ ਮਾਈਕਰੋਸਕੋਪਿਕ ਆਬਜੈਕਟਸ ਦੇ ਉੱਤੇ ਜਾਂ ਫਿਰ ਉਹ ਜਦੋਂ ਮੋਸ਼ਨ ਦੇ ਵਿੱਚ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਆਪਾਂ ਦੇਖ ਵੀ ਨਹੀਂ ਸਕਦੇ ਨਾ, ਮਾਈਕਰੋਸਕੋਪਿਕ ਨੇ, ਤਾਂ ਉਹਨਾਂ ਦੇ ਉੱਤੇ ਇਹ ਜਿਹੜੀ ਮਕੈਨਿਕਸ ਲੱਗਦੀ ਹੈ ਅਤੇ ਥਿਓਰੈਟੀਕਲ ਸਾਇੰਸ ਦੇ ਵਿੱਚ ਆਉਂਦੀ ਹੈ। ਓਕੇ ਸੋ ਨੈਕਸਟ ਹੈ ਕੁਆਂਟਮ ਮਕੈਨਿਕਸ ਵਾਜ਼ ਡੈਵਲਪਡ ਬਾਈ ਵਰਨਰ ਹਿਜ਼ਨਬਰਗ ਐਂਡ ਅਰਵਿਨ ਸ਼੍ਰੋਡਿੰਜਰ। ਵੈਰੀ ਇੰਪੋਰਟੈਂਟ ਕਿ ਕੁਆਂਟਮ ਮਕੈਨਿਕਸ ਨੂੰ ਡੈਵਲਪ ਕਿਹਨਾਂ ਨੇ ਕੀਤਾ, ਦੋਨਾਂ ਨੇ ਕੀਤਾ ਸੀ, ਵਰਨਰ ਹਿਜ਼ਨਬਰਗ ਨੇ ਐਂਡ ਅਰਵਿਨ ਸ਼੍ਰੋਡਿੰਜਰ ਨੇ। ਬਟ ਜਿਹੜਾ ਮੇਨ ਰੋਲ ਰਿਹਾ ਉਹ ਕਿਹਦਾ ਸੀਗਾ, ਅਰਵਿਨ ਦਾ। ਕਿਉਂ? ਕਿਉਂਕਿ ਇਹਨਾਂ ਨੇ ਡਿਸਕਰਾਈਬ ਦ ਬਿਹੇਵੀਅਰ ਆਫ ਇਲੈਕਟ੍ਰੋਨ ਅਰਾਊਂਡ ਦ ਨਿਊਕਲੀਅਸ ਬਾਏ ਅ ਮੈਥਮੈਟੀਕਲ ਇਕੁਏਸ਼ਨ। ਇਹਨਾਂ ਨੇ ਜੋ ਕਲਾਸੀਕਲ ਥਿਊਰੀ ਸੀ ਉਹ ਬਿਹੇਵੀਅਰ ਆਫ ਇਲੈਕਟ੍ਰੋਨ ਨੂੰ ਜੋ ਸੀ ਡਿਸਕਰਾਈਬ ਨਹੀਂ ਕਰ ਸਕੀ ਸੀ, ਬਟ ਜੋ ਸ਼੍ਰੋਡਿੰਜਰ ਸੀਗੇ ਉਹਨਾਂ ਨੇ ਕੀ ਕੀਤਾ ਸੀ, ਬਿਹੇਵੀਅਰ ਆਫ ਇਲੈਕਟ੍ਰੋਨ ਬਾਰੇ ਦੱਸਤਾ ਸੀਗਾ ਐਂਡ ਇੱਕ ਮੈਥਮੈਟੀਕਲ ਇਕੁਏਸ਼ਨ ਦੇ ਨਾਲ ਦੱਸਿਆ, ਔਰ ਉਸ ਮੈਥਮੈਟੀਕਲ ਇਕੁਏਸ਼ਨ ਨੂੰ ਕੀ ਕਿਹਾ ਜਾਂਦਾ ਹੈ, ਦੈਟ ਇਜ਼ ਸ਼੍ਰੋਡਿੰਜਰ ਵੇਵ ਇਕੁਏਸ਼ਨ। ਹਾਂਜੀ, ਸ਼੍ਰੋਡਿੰਜਰ ਵੇਵ ਇਕੁਏਸ਼ਨ ਕਿਹਾ ਜਾਂਦਾ ਹੈ। ਅਤੇ ਸ਼੍ਰੋਡਿੰਜਰ ਗੇਵ ਅ ਮਾਡਲ, ਅਤੇ ਸ਼੍ਰੋਡਿੰਜਰ ਨੇ ਇੱਕ ਮਾਡਲ ਵੀ ਦਿੱਤਾ ਐਟਮ ਦਾ ਅਤੇ ਉਸਦਾ ਨਾਮ ਰੱਖਿਆ ਕੁਆਂਟਮ ਮਕੈਨੀਕਲ ਮਾਡਲ ਆਫ ਐਟਮ। ਇਹੀ ਟੌਪਿਕ ਹੈ ਆਪਣਾ। ਸੋ ਇਹਦੇ ਵਿੱਚ ਕੀ ਹੁੰਦਾ, ਕਹਿੰਦੇ ਕੋਈ ਵੀ ਐਟਮ ਹੈ ਜਾਂ ਕੋਈ ਵੀ ਮੋਲੀਕਿਊਲ ਹੈ, ਠੀਕ ਹੈ, ਉਹਦੀ ਜਿਹੜੀ ਐਨਰਜੀ ਹੁੰਦੀ ਹੈ ਐਟਮ ਦੀ ਜਾਂ ਮੋਲੀਕਿਊਲ ਦੀ, ਉਹ ਚੇਂਜ ਨਹੀਂ ਹੁੰਦੀ ਵਿਦ ਟਾਈਮ। ਜੇ ਇਹੋ ਜਿਹਾ ਸਿਸਟਮ ਹੈ ਸਾਡੇ ਕੋਲ ਜਿਹਦਾ ਐਨਰਜੀ ਚੇਂਜ ਹੀ ਨਹੀਂ ਹੋ ਰਹੀ ਵਿਦ ਟਾਈਮ, ਸੋ ਉਹਦੇ ਵਾਸਤੇ ਜਿਹੜੀ ਇਕੁਏਸ਼ਨ ਹੁੰਦੀ ਹੈ, ਦੇਖ ਸਕਦੇ ਹੋ ਤੁਸੀਂ, ਐਚ ਕੈਪ ਸਾਈ ਇਜ਼ ਇਕੁਅਲ ਟੂ ਈ ਸਾਈ, ਠੀਕ ਹੈ ਨਾ। ਸਾਈ ਇਹਨੂੰ ਕਿਹਾ ਜਾਂਦਾ ਹੈਗਾ, ਠੀਕ ਹੈ, ਇਸ ਸਿੰਬਲ ਨੂੰ, ਔਰ ਇਹਨੂੰ ਸਾਈ ਨੂੰ ਆਪਾਂ ਵੇਵ ਫੰਕਸ਼ਨ ਵੀ ਕਹਿ ਦਿੰਦੇ ਹਾਂ, ਠੀਕ ਹੈ, ਇੱਥੇ ਇਹ ਵੇਵ ਫੰਕਸ਼ਨ ਹੈ। ਸੋ ਇਹ ਜਿਹੜੀ ਇਕੁਏਸ਼ਨ ਮੈंने ਲਿਖੀ ਹੈ, ਦਿਸ ਇਜ਼ ਸ਼੍ਰੋਡਿੰਜਰ ਵੇਵ ਇਕੁਏਸ਼ਨ, ਠੀਕ ਹੈ। ਸੋ ਜਿਹੜਾ ਐਚ ਕੈਪ ਹੈ ਇਹ ਇੱਕ ਮੈਥਮੈਟੀਕਲ ਆਪਰੇਟਰ ਹੈ। ਜਿਵੇਂ ਮੈਥਮੈਟੀਕਲ ਆਪਰੇਟਰ ਆਪਾਂ ਪੜ੍ਹਦੇ ਹਾਂ ਮਲਟੀਪਲਾਈ, ਡਿਵਾਈਡ ਕਰਨਾ, ਠੀਕ ਹੈ ਨਾ, ਇਹ ਮੀਨਸ ਆਪਰੇਟਰ ਹੁੰਦੇ ਨੇ, ਕੁਆਂਟਮ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਇਸ ਨੂੰ। ਬਟ ਜਿਹੜਾ ਇੱਥੇ ਆਪਰੇਟਰ ਹੈ ਇਹ ਹੈਮਿਲਟੋਨੀਅਨ ਆਪਰੇਟਰ ਹੈ। ਐਂਡ ਜੋ ਇੱਥੇ ਤੁਸੀਂ ਸਾਈ ਜਿਹੜਾ ਕਾਫੀ ਇੰਪੋਰਟੈਂਟ ਹੈ, ਇਹਦੇ ਬਾਰੇ ਯਾਦ ਰੱਖਣਾ, ਦਿਸ ਇਜ਼ ਵੇਵ ਫੰਕਸ਼ਨ। ਨੈਕਸਟ ਹੈ ਸੋਲਿਊਸ਼ਨ, ਕਿਉਂਕਿ ਇਹ ਇੱਕ ਇਕੁਏਸ਼ਨ ਹੈ, ਜਦੋਂ ਕੋਈ ਇਕੁਏਸ਼ਨ ਹੁੰਦੀ ਹੈ ਉਹਦਾ ਸੋਲਿਊਸ਼ਨ ਵੀ ਹੁੰਦਾ ਹੈ। ਜੇਕਰ ਆਪਾਂ ਇਹਦਾ ਸੋਲਿਊਸ਼ਨ ਫਾਈਂਡ ਕਰਦੇ ਹਾਂ, ਸੋਲਿਊਸ਼ਨ ਫਾਈਂਡ ਕਰਨ ਤੋਂ ਬਾਅਦ ਸਾਨੂੰ ਦੋ ਥਿੰਗਸ ਮਿਲਦੀਆਂ ਨੇ, ਕਿਹੜੀਆਂ ਹੁੰਦੀਆਂ ਨੇ, ਉਹ ਇੱਕ ਐਨਰਜੀ ਮਿਲ ਜਾਂਦੀ ਹੈ, ਇੱਕ ਸਾਨੂੰ ਵੇਵ ਫੰਕਸ਼ਨ ਮਿਲ ਜਾਂਦਾ ਹੈ। ਓਕੇ ਮੀਨਸ ਸਾਈ ਦੀ ਵੈਲਿਊ ਮਿਲ ਜਾਂਦੀ ਹੈ। ਜੋ ਸ਼੍ਰੋਡਿੰਜਰ ਵੇਵ ਇਕੁਏਸ਼ਨ ਹੈ ਇਸ ਨੂੰ ਅਸੀਂ ਕਿਤੇ ਨਹੀਂ ਲਗਾ ਸਕਦੇ, ਮਲਟੀ ਇਲੈਕਟ੍ਰੋਨ ਐਟਮਸ ਦੇ ਉੱਤੇ ਐਪਲੀਕੇਬਲ ਨਹੀਂ ਹੈਗੀ। ਸਾਈ ਗਿਵਸ ਦਾ ਐਂਪਲੀਟਿਊਡ ਆਫ ਦਾ ਵੇਵ ਐਸੋਸੀਏਟਡ ਵਿਦ, ਇਹ ਬਹੁਤ ਇੰਪੋਰਟੈਂਟ ਹੈ, ਮੈਨੂੰ ਲੱਗਦਾ ਵੀ ਇਹ MCQ ਬਣ ਸਕਦਾ ਇਸ ਮਾਡਲ ਦੇ ਵਿੱਚੋਂ, ਕਿ ਜੋ ਸਾਈ ਹੈ, ਠੀਕ ਹੈ ਨਾ, ਇਹ ਸਾਨੂੰ ਕੀ ਦੱਸਦਾ ਹੈ, ਸਾਈ ਤੁਹਾਨੂੰ ਦੱਸਦਾ ਹੈ ਕਿ ਜੋ ਵੇਵਸ ਨੇਗੀਆਂ, ਜੋ ਵੇਵ ਹੁੰਦੀ ਹੈ ਉਹਦਾ ਕਿੰਨਾ ਐਂਪਲੀਟਿਊਡ ਹੈ। ਓਕੇ, ਸਾਈ ਸਕੇਅਰ ਕੀ ਦੱਸਦਾ, ਸਾਈ ਸਕੇਅਰ ਤੁਹਾਨੂੰ ਇਹ ਦੱਸਦਾ ਹੈ ਕਿ ਉਸ ਇਲੈਕਟ੍ਰੋਨ ਦੀ ਇੰਟੈਂਸਿਟੀ ਕਿੰਨੀ ਆ, ਜਾਂ ਇਹ ਕਹਿ ਸਕਦੇ ਹੋ, ਜਾਂ ਫਿਰ ਸਾਈ ਸਕੇਅਰ ਇਹ ਦੱਸਦਾ ਹੈ ਕਿ ਉਹਦੀ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਦਾ ਮੂਵਿੰਗ ਇਲੈਕਟ੍ਰੋਨ ਇਨ ਅ ਗਿਵਨ ਰੀਜਨ। ਸਾਈ ਸਕੇਅਰ ਕੱਢ ਲਓ, ਜੇ ਤੁਸੀਂ ਸਾਈ ਸਕੇਅਰ ਕੱਢ ਲਿਆ ਤੁਹਾਨੂੰ ਇਹ ਪਤਾ ਲੱਗ ਸਕਦਾ ਵੀ ਕਿਹੜੇ ਰੀਜਨ ਦੇ ਵਿੱਚ ਇਲੈਕਟ੍ਰੋਨ ਹੋਣ ਦੀ ਪ੍ਰੋਬੇਬਿਲਿਟੀ ਮੈਕਸਿਮਮ ਹੈ, ਜ਼ਿਆਦਾ ਹੈ, ਠੀਕ ਹੈ ਨਾ। ਦੈਟ ਮੀਨ ਸਾਈ ਸਕੇਅਰ ਤੁਹਾਨੂੰ ਇਹ ਦੱਸਦਾ ਪ੍ਰੋਬੇਬਿਲਿਟੀ ਡੈਂਸਿਟੀ ਕਿੱਥੇ ਜ਼ਿਆਦਾ ਹੈਗੀ। ਸੋ ਸਾਈ ਸਕੇਅਰ ਸਾਨੂੰ ਕੀ ਦੱਸਦਾ, ਸਾਈ ਸਕੇਅਰ ਸਾਨੂੰ ਕੀ ਦੱਸਦਾ, ਪ੍ਰੋਬੇਬਿਲਿਟੀ ਡੈਂਸਿਟੀ। ਇੱਥੇ ਨੀਚੇ ਵਾਲੇ 'ਚ ਸਾਈ ਸਕੇਅਰ ਨਹੀਂ ਆਏਗਾ, ਠੀਕ ਹੈ, ਇੱਥੇ ਸਿੰਪਲ ਸਾਈ ਆਏਗਾ। ਸਾਈ ਕੀ ਦੱਸਦਾ ਸਾਨੂੰ, ਪ੍ਰੋਬੇਬਿਲਿਟੀ ਐਂਪਲੀਟਿਊਡ। ਓਕੇ, ਹੁਣ ਤੁਸੀਂ ਨੈਕਸਟ ਦੇਖ ਸਕਦੇ ਹੋ, ਆਪਾਂ ਸਾਈ ਸਕੇਅਰ ਬਾਰੇ ਹੋਰ ਡਿਸਕਸ ਕਰ ਲੈਂਦੇ ਹਾਂ ਕਿ ਅਗਰ ਸਾਈ ਸਕੇਅਰ ਦੀ ਵੈਲਿਊ ਕਾਫੀ ਲਾਰਜ ਆ ਜਾਂਦੀ ਹੈ ਤਾਂ ਇਹਦਾ ਮਤਲਬ ਇਹ ਹੈ ਹਾਈ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਦ ਇਲੈਕਟ੍ਰੋਨ। ਦੈਟ ਮੀਨ ਸਾਈ ਸਕੇਅਰ ਦੀ ਵੈਲਿਊ ਜੇ ਲਾਰਜ ਆ ਗਈ ਤਾਂ ਦੈਟ ਮੀਨ ਉੱਥੇ ਇਲੈਕਟ੍ਰੋਨ ਹੋਣ ਦੀ ਬਹੁਤ ਜ਼ਿਆਦਾ ਪ੍ਰੋਬੇਬਿਲਿਟੀ ਹੈ। ਅਗਰ ਸਾਈ ਸਕੇਅਰ ਵੈਲਿਊ ਘੱਟ ਆ ਜਾਂਦੀ ਹੈ, ਲੋ ਆ ਜਾਂਦੀ ਹੈ, ਤਾਂ ਦੈਟ ਮੀਨ ਉੱਥੇ ਪ੍ਰੋਬੇਬਿਲਿਟੀ ਲੋ ਹੈ। ਅਗਰ ਸਾਈ ਸਕੇਅਰ ਦੀ ਵੈਲਿਊ 0 ਆ ਜਾਂਦੀ ਹੈ ਤਾਂ ਉੱਥੇ ਪ੍ਰੋਬੇਬਿਲਿਟੀ ਫਾਈਂਡ ਜਿਹੜੀ ਹੈਗੀ ਹੈ ਕਰਨ ਦੀ ਉਹ ਕਿੰਨੀ ਹੈ, 0 ਹੈ।
ਵੈਨ ਸੋਡਿੰਜਰ ਵੇਵ ਇਕੁਏਸ਼ਨ ਵਾਸ ਸੋਲਵਡ, ਜਦੋਂ ਸੋਡਿੰਜਰ ਵੇਵ ਇਕੁਏਸ਼ਨ ਨੂੰ ਸੋਲਵ ਕੀਤਾ ਗਿਆ ਫॉर ਹਾਈਡਰੋਜਨ ਐਟਮ, ਤਾਂ ਇਹ ਫਾਊਂਡ ਕੀਤਾ ਗਿਆ ਕਿ ਕਿਸੇ ਵੀ ਇਲੈਕਟ੍ਰੋਨ ਦੀ ਜਿਹੜੀ એનર્ਜੀ ਹੈ ਉਹ ਕਿੰਨੀ ਹੁੰਦੀ ਹੈ, En ਇਕੁਅਲ ਟੂ -2 ਪਾਈ ਸਕੇਅਰ ME e ਦੀ ਪਾਵਰ 4 ਓਵਰ n ਸਕੇਅਰ h ਸਕੇਅਰ। ਆਫਟਰ ਪੁਟਿੰਗ ਦ ਵੈਲਿਊਜ਼ ਆਫ, ਤੁਹਾਨੂੰ ਪਤਾ ਹੈ ਕਿ ਐਚ ਪਲੈਂਕਸ ਕੌਂਸਟੈਂਟ ਹੈ, ਮਾਸ ਆਫ ਇਲੈਕਟ੍ਰੋਨ ਯੂ ਨੋ ਕਿੰਨਾ ਹੁੰਦਾ ਹੈ, ਠੀਕ ਹੈ। ਜਦੋਂ ਇਹ ਵੈਲਿਊਜ਼ ਤੁਸੀਂ ਇਹਦੇ ਵਿੱਚ ਪੁੱਟ ਕਰ ਦੋਗੇ, ਮਤਲਬ ਪਾਈ ਦੀ ਵੈਲਿਊ ਵਗੈਰਾ ਪੁੱਟ ਕਰ ਦੋਗੇ ਤੁਸੀਂ, ਤਾਂ ਤੁਸੀਂ ਸੋਲਵ ਕਰਕੇ ਇਹਨੂੰ ਜਿਹੜਾ ਰਿਜ਼ਲਟ ਨਿਕਲੇਗਾ En ਇਕੁਅਲ ਟੂ -2.18 ਇੰਟੂ 10⁻⁻18 ਓਵਰ n ਸਕੇਅਰ ਜਾਊਲ ਪਰ ਐਟਮ, ਠੀਕ ਹੈ। ਇਹ ਐਕਸਪ੍ਰੈਸ਼ਨ ਤੁਸੀਂ ਲਰਨ ਕਰ ਲੈਣਾ, ਜਾਂ ਫਿਰ ਤੁਸੀਂ ਇਹਨੂੰ ਹੋਰ ਥੋੜ੍ਹਾ ਸੋਲਵ ਕਰ ਸਕਦੇ ਹੋ, ਪਰ ਮੋਲ ਦੇ ਹਿਸਾਬ ਨਾਲ ਵੀ ਕੱਢ ਸਕਦੇ ਹੋ। En ਇਕੁਅਲ ਟੂ -1.312 ਇੰਟੂ 10⁻6 ਓਵਰ n ਸਕੇਅਰ ਜਾਊਲ ਪਰ ਮੋਲ। ਹਾਂਜੀ, ਹੁਣ ਜੋ ਕੁਆਂਟਮ ਮਕੈਨੀਕਲ ਮਾਡਲ ਸੀਗਾ ਉਹਦੇ ਇੰਪੋਰਟੈਂਟ ਫੀਚਰਸ ਬਾਰੇ ਜਾਣ ਲੈਂਦੇ ਹਾਂ, ਕਿਹੜੇ ਕਿਹੜੇ ਹੁੰਦੇ ਨੇ ਇੰਪੋਰਟੈਂਟ ਫੀਚਰਸ। ਸਭ ਤੋਂ ਪਹਿਲਾ ਫੀਚਰ ਹੈਗਾ એનર્ਜੀ ਆਫ ਇਲੈਕਟ੍ਰੋਨ ਇਨ ਐਟਮ ਇਜ਼ ਕੁਆਂਟਾਈਜ਼ਡ। ਇਹਦਾ ਕੀ ਮਤਲਬ ਹੈ, ਇਹਦਾ ਮਤਲਬ ਹੈ ਕਿ ਜੋ એનર્ਜੀ ਹੈ ਇਲੈਕਟ੍ਰੋਨ ਦੀ ਐਟਮ ਦੇ ਵਿੱਚ ਉਹ ਕੀ ਹੁੰਦੀ ਹੈ, ਕੁਆਂਟਾਈਜ਼ ਹੁੰਦੀ ਹੈ, ਮੀਨਸ ਉਹਦੀ ਕੋਈ ਸਪੈਸੀਫਿਕ ਵੈਲਿਊ ਹੁੰਦੀ ਹੈ, ਪਰਟੀਕੂਲਰ ਵੈਲਿਊ ਹੁੰਦੀ ਹੈ, ਉਹ ਵੈਲਿਊ ਚੇਂਜ ਨਹੀਂ ਹੁੰਦੀ, ਠੀਕ ਹੈ। ਨੈਕਸਟ ਇਟ ਗਿਵਸ ਦ ਮੋਸਟ ਪ੍ਰੋਬੇਬਲ ਰੀਜਨਸ। ਜੋ ਇਹ ਮਾਡਲ ਹੈ ਕੁਆਂਟਮ ਮਾਡਲ, ਇਹ ਸਾਨੂੰ ਕੀ ਦੱਸ ਕੇ ਗਿਆ, ਇਹ ਸਾਨੂੰ ਇਹ ਦੱਸ ਕੇ ਗਿਆ ਵੀ ਮੋਸਟ ਪ੍ਰੋਬੇਬਲ ਰੀਜਨ ਕਿਹੜਾ ਹੁੰਦਾ ਐਟਮ ਦਾ, ਠੀਕ ਹੈ ਨਾ। ਜੋ ਅਸੀਂ ਸਾਈ ਸਕੇਅਰ ਫਾਈਂਡ ਕਰ ਲੈਂਦੇ ਹਾਂ, ਇਟ ਗਿਵਸ ਦ ਮੋਸਟ ਪ੍ਰੋਬੇਬਲ ਰੀਜਨਸ ਇਨ ਐਨ ਐਟਮ ਵੇਅਰ ਦ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਦ ਇਲੈਕਟ੍ਰੋਨ ਇਜ਼ ਮੈਕਸੀਮਮ, ਇਹ ਇਹਨਾਂ ਨੇ ਦੱਸਿਆ। ਔਰ ਇਨ ਅਕੋਰਡੈਂਸ ਵਿਦ ਅਨਸਰਟੇਨਿਟੀ ਪ੍ਰਿੰਸੀਪਲ, ਮਤਲਬ ਜਿਹੜੀ ਸੈਕਿੰਡ ਲਾਈਨ ਹੈ ਇਹਦੇ ਵਿੱਚ ਇਹੀ ਦੱਸਿਆ ਗਿਆ ਵੀ ਇਹ ਅਨਸਰਟੇਨਿਟੀ ਪ੍ਰਿੰਸੀਪਲ ਦੇ ਅਕੋਰਡਿੰਗ ਹੀ ਹੈ। ਉਹ ਵੀ ਤਾਂ ਇਹੀ ਕਹਿੰਦੇ ਸੀ ਨਾ ਕਿ ਜੋ ਪੋਜੀਸ਼ਨ ਹੈ, ਜੋ ਮੋਮੈਂਟਮ ਹੈ, ਠੀਕ ਹੈ ਨਾ, ਉਹਨਾਂ ਨੂੰ ਇਕੱਠੇ ਤੁਸੀਂ ਫਾਈਂਡ ਨਹੀਂ ਕਰ ਸਕਦੇ ਐਕੂਰੇਟਲੀ। ਹੈ ਤਾਂ ਇਹਦੇ ਵਿੱਚ ਵੀ ਇਹੀ ਹੈ, ਇਗਜ਼ੈਕਟ ਤਾਂ ਇਹ ਵੀ ਨਹੀਂ ਦੱਸਿਆ ਵੀ ਯੈਸ ਇੱਥੇ ਹੀ ਹੈ। ਇਹ ਪ੍ਰੋਬੇਬਿਲਿਟੀ ਦੱਸਦੇ ਨੇ ਕਿ ਕਿਹੜੇ ਰੀਜਨ ਦੇ ਵਿੱਚ ਇਲੈਕਟ੍ਰੋਨ ਦੇ ਹੋਣ ਦੀ ਮੈਕਸੀਮਮ ਪ੍ਰੋਬੇਬਿਲਿਟੀ ਹੈ। ਓਕੇ, ਸਮਝ ਆ ਗਿਆ ਨਾ। ਮਤਲਬ ਇਗਜ਼ੈਕਟ ਤਾਂ ਇਹਨਾਂ ਨੇ ਵੀ ਨਹੀਂ ਦੱਸਿਆ ਵੀ ਇੱਥੇ ਹੀ ਹੋਏਗਾ ਇਲੈਕਟ੍ਰੋਨ, ਇਹ ਪ੍ਰੋਬੇਬਿਲਿਟੀ ਦੱਸਦੇ ਨੇ। ਨੈਕਸਟ ਦੇਖੋ, ਐਨ ਇਲੈਕਟ੍ਰੋਨ ਡਿਸਕ੍ਰਾਈਬਡ ਬਾਈ ਵੇਵ ਫੰਕਸ਼ਨ। ਇਹ ਬਹੁਤ ਇੰਪੋਰਟੈਂਟ ਪੁਆਇੰਟ, ਇਹਨੂੰ ਧਿਆਨ ਨਾਲ ਸਮਝੋ। ਇਹਦੇ ਵਿੱਚ ਕੀ ਹੈ ਦੇਖੋ, ਕਹਿੰਦੇ ਇਲੈਕਟ੍ਰੋਨ, ਜਿਹੜਾ ਕੋਈ ਵੀ ਇਲੈਕਟ੍ਰੋਨ ਹੁੰਦਾ ਐਟਮ ਦੇ ਵਿੱਚ, ਉਹਨੂੰ ਅਸੀਂ ਵੇਵ ਫੰਕਸ਼ਨ ਦੇ ਨਾਲ ਡਿਸਕ੍ਰਾਈਬ ਕਰਦੇ ਹਾਂ, ਠੀਕ ਹੈ। ਜੇ ਤੁਹਾਨੂੰ ਵੇਵ ਫੰਕਸ਼ਨ ਪਤਾ ਲੱਗ ਜਾਂਦਾ ਹੈ, ਵੇਵ ਫੰਕਸ਼ਨ ਦੀ ਵੈਲਿਊ ਪਤਾ ਲੱਗ ਜਾਂਦੀ ਹੈ, ਤਾਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਉਹ ਕਿਹੜਾ ਅਟੋਮਿਕ ਔਰਬਿਟਲ ਹੈ। ਓਕੇ, ਇਲੈਕਟ੍ਰੋਨ ਦਾ ਜੇ ਤੁਹਾਨੂੰ ਵੇਵ ਫੰਕਸ਼ਨ ਪਤਾ ਲੱਗ ਜਾਂਦਾ ਹੈ, ਤਾਂ ਵੇਵ ਫੰਕਸ਼ਨ ਤੋਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਅਟੋਮਿਕ ਔਰਬਿਟਲ ਕਿਹੜਾ ਹੈਗਾ, ਠੀਕ ਹੈ। ਬਟ ਇੱਕ ਇਲੈਕਟ੍ਰੋਨ ਦੇ ਬਹੁਤ ਸਾਰੇ ਵੇਵ ਫੰਕਸ਼ਨ ਹੋ ਸਕਦੇ ਨੇ। ਜੇ ਇੱਕ ਇਲੈਕਟ੍ਰੋਨ ਦੇ ਬਹੁਤ ਸਾਰੇ ਵੇਵ ਫੰਕਸ਼ਨ ਹੋ ਸਕਦੇ ਨੇ, ਤਾਂ ਦੈਟ ਮੀਨ ਇੱਕ ਇਲੈਕਟ੍ਰੋਨ ਜੋ ਹੈ ਜਿੱਥੇ ਉਹ ਘੁੰਮ ਰਿਹਾ ਅਟੋਮਿਕ ਔਰਬਿਟਲ ਦੇ ਵਿੱਚ, ਦੈਟ ਮੀਨ ਉੱਥੇ ਅਟੋਮਿਕ ਔਰਬਿਟਲ ਜਿਹੜੇ ਨੇ ਉੱਥੇ ਉਹਨਾਂ ਦੀ ਪ੍ਰੋਬੇਬਿਲਿਟੀ ਵੀ ਜ਼ਿਆਦਾ ਹੈ, ਮਤਲਬ ਅਟੋਮਿਕ ਔਰਬਿਟਲਸ ਵੀ ਬਹੁਤ ਜ਼ਿਆਦਾ ਹੁੰਦੇ ਨੇ, ਠੀਕ ਹੈ। ਨੈਕਸਟ ਦੇਖੋ, ਪ੍ਰੋਬੇਬਿਲਿਟੀ ਆਫ ਫਾਈਂਡਿੰਗ ਦ ਇਲੈਕਟ੍ਰੋਨ ਐਟ ਅ ਪੁਆਇੰਟ ਵਿਦਿਨ ਐਨ ਐਟਮ ਇਜ਼ ਪ੍ਰੋਪੋਰਸ਼ਨਲ ਟੂ, ਮਤਲਬ ਉਹੀ ਆ ਗਿਆ, ਮੈਂ ਤੁਹਾਨੂੰ ਬਾਰ-ਬਾਰ ਦੱਸਤਾ ਕਿ ਜੋ ਪ੍ਰੋਬੇਬਿਲਿਟੀ ਹੈ ਕਿਸੇ ਵੀ ਇਲੈਕਟ੍ਰੋਨ ਦੀ ਫਾਈਂਡ ਕਰਨ ਦੀ, ਉਹ ਡਿਪੈਂਡ ਕਰਦੀ ਹੈ ਸਕੁਆਇਰ ਆਫ ਦਾ ਵੇਵ ਫੰਕਸ਼ਨ, ਠੀਕ ਹੈ, ਸਾਈ ਸਕੇਅਰ 'ਤੇ। ਔਰ ਯੂ ਨੋ ਸਾਈ ਸਕੇਅਰ ਆਲਵੇਜ਼ ਕੀ ਹੁੰਦਾ ਹੈਗਾ, ਪੋਜ਼ੀਟਿਵ ਹੁੰਦਾ ਹੈ। ਜੋ ਕੁਆਂਟਮ ਮਕੈਨੀਕਲ ਮਾਡਲ ਹੈ, ਇਹ ਸਾਨੂੰ 3 ਕੌਂਸਟੈਂਟਸ ਬਾਰੇ ਦੱਸਦਾ ਹੈ, ਜਿਸ ਨੂੰ ਅਸੀਂ ਕੁਆਂਟਮ ਨੰਬਰਸ ਕਹਿੰਦੇ ਹਾਂ। ਇਹ ਵੀ ਐਗਜ਼ਾਮ 'ਚ ਆ ਸਕਦਾ ਵੀ ਕਿਹੜੇ ਕਿਹੜੇ ਕੁਆਂਟਮ ਨੰਬਰਸ ਨੇ ਜੋ ਕੁਆਂਟਮ ਮਕੈਨੀਕਲ ਮਾਡਲ ਦੱਸਦਾ ਹੈ। ਬਟ ਹਜੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਕੁਆਂਟਮ ਨੰਬਰਸ ਡਿਸਕਸ ਕਰਾਂਗੇ, ਬਟ ਇਹਦੇ ਵਿੱਚ ਤੁਸੀਂ ਲਰਨ ਕਰ ਲਓ ਪ੍ਰਿੰਸੀਪਲ, ਐਜ਼ੀਮੂਥਲ ਐਂਡ ਮੈਗਨੈਟਿਕ ਕੁਆਂਟਮ ਨੰਬਰ। ਹਾਂਜੀ, ਨੈਕਸਟ ਆ ਗਏ ਕੁਐਸਚਨਸ। ਹੁਣ ਤੁਸੀਂ ਆਪਣੇ ਲੈਵਲ ਨੂੰ ਚੈੱਕ ਕਰ ਸਕਦੇ ਹੋ, ਠੀਕ ਹੈ। ਜਿੰਨਾ ਆਪਾਂ ਪੜ੍ਹਿਆ ਉਹਦੇ ਵਿੱਚ ਦੇਖ ਸਕਦੇ ਹੋ ਵੀ ਤੁਹਾਨੂੰ ਸਮਝ ਆਇਆ ਜਾਂ ਨਹੀਂ ਆਇਆ। ਹੁਣ ਤੁਸੀਂ ਫਸਟ ਇਕੁਏਸ਼ਨ ਦੇਖ ਰਹੇ ਹੋ ਕਿ ਅਮੰਗ ਦਾ ਫੋਲੋਇੰਗ ਫॉर ਵਿਚ ਵਨ ਮੈਥਮੈਟੀਕਲ ਐਕਸਪ੍ਰੈਸ਼ਨ ਦਿਸ ਸਟੈਂਡਸ। ਇਹ ਜੋ ਲੈਮਡਾ ਇਜ਼ ਇਕੁਅਲ ਟੂ ਐਚ ਓਵਰ ਪੀ ਹੈ, ਇਹ ਕਿਹਨੂੰ ਸਟੈਂਡ ਕਰਦਾ ਹੈ? ਹੁਣੀ ਤਾਂ ਪੜ੍ਹਿਆ ਸੀ ਅਸੀਂ, ਦੈਟ ਇਜ਼ ਡੀ ਬਰੋਗਲੇ ਇਕੁਏਸ਼ਨ ਨੂੰ। ਨੈਕਸਟ ਕੁਐਸਚਨ ਦੇਖੋ, ਵਿਚ ਵਨ ਆਫ ਦਾ ਫੋਲੋਇੰਗ ਐਕਸਪਲੇਨਸ light both as a stream of particles and as a wave motion। ਕਿਹੜਾ ਉਹ ਰਿਲੇਸ਼ਨ ਹੈ ਜੋ ਦੱਸਦਾ ਹੈ ਕਿ ਲਾਈਟ ਦੇ ਕੋਲੇ ਪਾਰਟੀਕਲ ਨੇਚਰ ਵੀ ਹੁੰਦਾ ਐਂਡ ਵੇਵ ਮੋਸ਼ਨ ਵੀ ਹੁੰਦਾ ਹੈ। ਸੋ ਇਹ ਵੀ ਫਸਟ ਦੇ ਨਾਲ ਦਾ ਹੀ ਕੁਐਸਚਨ ਹੋ ਗਿਆ, ਦੈਟ ਇਜ਼ ਫੋਰਥ ਦਾ ਬੀ। ਓਕੇ, ਸੋ ਨੈਕਸਟ ਕੁਐਸਚਨ ਦੇਖੋ, ਵਿਚ ਆਫ ਦਾ ਫੋਲੋਇੰਗ ਐਕਸਪ੍ਰੈਸ਼ਨਸ ਗਿਵਸ ਦਾ ਡੀ ਬਰੋਗਲੇ ਰਿਲੇਸ਼ਨਸ਼ਿਪ। ਇਹਨਾਂ ਚਾਰਾਂ ਦੇ ਵਿੱਚੋਂ ਤੁਸੀਂ ਇਹ ਦੱਸਣਾ ਹੈ ਕਿ ਕਿਹੜਾ ਡੀ ਬਰੋਗਲੇ ਰਿਲੇਸ਼ਨਸ਼ਿਪ ਹੈ, A B C D, ਠੀਕ ਹੈ ਨਾ। B ਇਜ਼ ਦਾ ਕਰੈਕਟ ਆਂਸਰ। ਦੇਖੋ, ਲੈਮਡਾ ਇਜ਼ ਇਕੁਅਲ ਟੂ ਐਚ ਓਵਰ MV। ਓਕੇ,
सो नैक्सट इज़ डी ब्रॉगले इक्वेशन इज़ सेम, देखो सेम आया होया। सो एवें दे क्वेश्चन जिहड़े ने एग्जाम दे विच पूछे जा सकते हैं नॉर्मली। नैक्सट हैगा द डी ब्रॉगले वेवलैंथ ऑफ पार्टिकल विद मास एम दिता होया तुहानूं, वेलोसिटी दित्ती हुई है, ठीक है। एंड तुसी की फाइंड करना है, वेवलैंथ जिहड़ी है फाइंड करनी है। तो तुसी फॉर्मूला लगा के ना लैमडा इज़ इक्वल टू एच ओवर एम वी वाला ਉੱਥੋਂ ਤੁਸੀਂ ਜਿਹੜਾ ਹੈ ਵੇਵਲੈਂਥ ਫਾਈਂਡ ਕਰ ਸਕਦੇ ਹੋ ਅਤੇ ਮੈਨੂੰ ਕਰੈਕਟ ਆਂਸਰ ਦੱਸਣਾ ਓਕੇ ਕਿੰਨਾ ਇਹਦਾ ਕਰੈਕਟ ਆਂਸਰ ਹੋਮਵਰਕ ਹੈ ਇਹ ਤੁਹਾਡਾ। ਨੈਕਸਟ ਦੇਖੋ ਮਿਨੀਮਮ ਡੀ ਬਰੋਗਲੇ ਵੇਵਲੈਂਥ ਇਜ਼ ਐਸੋਸੀਏਟਡ ਵਿਦ, ਮਿਨੀਮਮ ਡੀ ਬਰੋਗਲੇ ਵੇਵਲੈਂਥ ਕਿਹਦੇ ਵਿੱਚ ਹੋਏਗੀ, ਇਲੈਕਟ੍ਰੋਨ, ਪ੍ਰੋਟੋਨ, CO2 ਮੋਲੀਕਿਊਲ ਐਂਡ SO2 ਮੋਲੀਕਿਊਲ। ਤਾਂ ਇਹਦਾ ਕਰੈਕਟ ਆਂਸਰ ਜਿਹੜਾ ਹੈਗਾ 9th ਦਾ D ਹੈ, SO2 ਮੋਲੀਕਿਊਲ। नैक्सट देखो द डी ब्रॉगले वेवलैंथ एसोसीएटेड विद मटीरियल पार्टिकल इज़, जो वेवलैंथ है डी ब्रॉगले वेवलैंथ है वो डायरैक्टली प्रोपोर्शनल होंगी है एनर्जी दे, डायरैक्टली प्रोपोर्शनल होंगी है मोमेंटम दे, इनवर्सली प्रोपोर्शनल होंगी है एनर्जी दे, ਜਾਂ इनवर्सली प्रोपोर्शनल होंगी है मोमेंटम दे। वी ऑलरेडी नो है ना H इज़ इक्वल टू लैमडा इज़ इक्वल टू H ओवर MV, MV इज़ P, सो इट इज़ इनवर्सली प्रोपोर्शनल टू मोमेंटम। सो 10th दा D इज़ द करैक्ट आंसर। हाँ जी, अनसर्टेनिटी के बेस से देख लैंने जो सोडिंजर वेव इक्वेशन आप डिस्कस की अज, क्वांटम अटोमिक मॉडल जोड़ा डिस्कस किया वो बेस से क्वेश्चन ने। अनसर्टेनिटी प्रिंसीपल वॉज इनिशिएटेड बाय, किन्ना ने दी सी अनसर्टेनिटी प्रिंसीपल, दैट इज़ फर्स्ट द B, क्लीयर हो गया ना, हिजनबर्ग ने। नैक्सट देखो अकॉर्डिंग टू हिजनबर्ग अनसर्टेनिटी प्रिंसीपल किहड़ा रिजल्ट जिहड़ा है बिल्कुल करैक्ट आएगा, सैकेंड द B। असी पढ़िया ना हुणी डेल्टा X इंटू डेल्टा P greater than or equal to H over 4 pi। Next देखो the position and velocity of a small particle like electron cannot be simultaneously determined, this statement is, देखो exactly वही क्वेश्चन फिर बन जाता है, ठीक है। सो यही किहदे अकॉर्डिंग आ जाएगा आंसर इहदा, दैट इज़ हिजनबर्ग अनसर्टेनिटी प्रिंसीपल। नेक्स्ट देखो इन हिजनबर्ग अनसर्टेनिटी इक्वेशन दिस डेल्टा P स्टैंड्स फॉर, यहाँ पे जो डेल्टा P है वो पूछा इन्होंने भी की है, दैट इज़ अनसर्टेनिटी इन मोमेंटम फॉर द C। विच वन इज़ नॉट द करैक्ट रिलेशन इन द फॉलोइंग, ये तुसी दसना है कि किहड़ा करैक्ट रिलेशन नहीं हैगा। 5th दे विच तुसी दसो किहड़ा करैक्ट रिलेशन नहीं हैगा, साफ ही दिख रहा आपां नूं है ना। 3rd देखो डेल्टा X इंटू डेल्टा P इक्वल दिख रखे है, जबकि असीं पढ़े कि दैट इज़ ग्रेटर दैन और इक्वल टू हुंदा है, ओके। सो नैक्सट है द मैक्सिमम प्रोबेबिलिटी ऑफ फाइंडिंग एन इलैक्ट्रॉन इन द DXY ऑर्बिटल इज़, मैक्सिमम प्रोबेबिलिटी जिहड़ी हैगी कित्थे पॉसीबल है, मतलब कित्थे हो सकती है। सो मैक्सिमम प्रोबेबिलिटी होएगी, करैक्ट आंसर इहदा हैगा C, एट एन एंगल ऑफ 45 डिग्री फ्रॉम द X एंड Y एक्सिस। X ते Y एक्सिस तो 45 डिग्री जो सेंटर दे विच होएगा, ठीक है, उत्थे प्रोबेबिलिटी ज़्यादा होएगी। नैक्सट क्वेश्चन देखो द पॉसिबिलिटी ऑफ फाइंडिंग एन इलैक्ट्रॉन इन एन ऑर्बिटल वॉज कंसीव्ड बाय, ठीक है ना, किन्ना ने कंसीव किया सी, अज ही स्टडी किया सी, दैट इज़ 9th द करैक्ट आंसर की आ जाएगा सोडिंजर ने किया सी। अनसर्टेनिटी प्रिंसीपल गेव द कॉन्सैप्ट ऑफ, अनसर्टेनिटी प्रिंसीपल सानू किहड़ा कॉन्सैप्ट दसदी है, दैट इज़ 10th द A, प्रोबेबिलिटी। मैं दसिया सी ना कि जो सोडिंजर वाला जो ये क्वांटम अटोमिक मॉडल है इन अकॉर्डेंस विद अनसर्टेनिटी ही है, ठीक है। सो अनसर्टेनिटी प्रिंसीपल जो है वो भी सानू प्रोबेबिलिटी ही दसदा है, क्लीयर। नैक्सट देखो द अनसर्टेनिटी प्रिंसीपल एंड द कॉन्सैप्ट ऑफ वेव नेचर ऑफ मैटर वॉज परपस्ड बाय डैश एंड डैश रिस्पैक्टिवली। अनसर्टेनिटी प्रिंसीपल जो सी किन्ना ने दसिया सी, दैट इज़ 11th द करैक्ट आंसर है हिजनबर्ग एंड डी ब्रॉगले, ओके। सो नैक्सट इक्वेशन देखो द इक्वेशन दिस शोज, नैक्सट करैक्ट आंसर आ जाएगा दा, दैट इज़ हिजनबर्ग अनसर्टेनिटी प्रिंसीपल। विच क्वांटम नंबर इज़ नॉट रिलेटेड, आ देखो वही क्वेश्चन आ गया जो मैं तुहानूं लास्ट ते दस्सिया सी भी किहड़े-किहड़े क्वांटम नंबर्स जिहड़े ने रिलेट करते हैं सोडिंजर इक्वेशन दे नाल। सो इहदे नाल रिलेट करते हैं 15 दा D, दैट इज़ नॉट किया इन्होंने, तो दैट इज़ अ स्पिन। रिलेट किहड़े-किहड़े करते हैं, प्रिंसीपल भी रिलेट करता है, एजीमैथुअल, मैग्नैटिक, बट स्पिन जो है वो रिलेट नहीं करता। 16 देखो नैक्सट क्वेश्चन, अनसर्टेनिटी इन पोजीशन दिता होया तुहानूं, ठीक है, पोजीशन ऑफ ए मास दिता होया पार्टिकल इज़ दिस, अनसर्टेनिटी ऑफ वेलोसिटी तुसीं फाइंड करना है, अनसर्टेनिटी प्रिंसीपल लगा के, ठीक है, फॉर्मूला लगा के अप्लाई करके तुसीं इहदा करैक्ट आंसर जिहड़ा हैगा कमेंट बॉक्स दे विच शेयर करना है। नैक्सट देखो 17 क्वेश्चन,
द ਅਨਸਰਟਨਿਟੀ ਇਨ ਮੋਮੈਂਟਮ ਆਫ ਐਨ ਇਲੈਕਟ੍ਰੋਨ ਇਜ਼ ਦਿਸ। ਅਨਸਰਟਨਿਟੀ ਮੋਮੈਂਟਮ ਦੀ ਦਿੱਤੀ ਹੋਈ ਆ, ਤੁਸੀਂ ਪੋਜੀਸ਼ਨ ਦੀ ਅਨਸਰਟਨਿਟੀ ਜਿਹੜੀ ਹੈਗੀ ਆ ਫਾਈਂਡ ਕਰਨੀ ਆ। ਬਿਲਕੁਲ ਸੇਮ ਜਿਹੜਾ ਹੈ ਇਹਦਾ ਵੀ ਤੁਸੀਂ ਆਨਸਰ ਕਮੈਂਟ ਬਾਕਸ ਦੇ ਵਿੱਚ ਕੈਲਕੂਲੇਟ ਕਰਕੇ ਦੇਣਾ, ਫਾਰਮੂਲਾਜ਼ ਲਗਾਉਣੇ ਨੇ ਸਿੰਪਲੀ, ਠੀਕ ਹੈ। ਸੋ 17 ਦਾ ਜਿਹੜਾ ਆਨਸਰ ਹੈ ਤੁਸੀਂ ਫਾਈਂਡ ਕਰ ਲਿਓ। ਚਲੋ ਇਹਦਾ ਕਰੈਕਟ ਆਨਸਰ ਆਏਗਾ A, ਠੀਕ ਹੈ। 16 ਦਾ ਜੋ ਕਰੈਕਟ ਆਨਸਰ ਹੈ ਉਹ ਆਏਗਾ B, ਠੀਕ ਹੈ ਜੀ। ਸੋ ਇਹ ਸੀਗੇ ਕੁਝ ਕੁਐਸਚਨਸ, ਇਹਨਾਂ ਨਾਲ ਜਿਹੜੀ ਹੈਗੀ ਤੁਹਾਡੀ ਪ੍ਰੈਕਟਿਸ ਟੌਪਿਕ ਦੀ ਹੋ ਜਾਏਗੀ। ਐਂਡ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸਬਸਕ੍ਰਾਈਬ ਕਰੋ ਚੈਨਲ ਨੂੰ, ਠੀਕ ਹੈ। ਸੋ ਦੈਟ ਜੋ ਵੀ ਅਪਡੇਟਸ ਨੇਗੀਆਂ ਵੀਡੀਓਜ਼ ਆਉਂਦੀਆਂ ਨੇ, ਠੀਕ ਹੈ, ਉਹਨਾਂ ਦੀ ਤੁਹਾਨੂੰ ਅਪਡੇਟ ਨਾਲ ਮਿਲਦੀ ਰਹੇ ਟਾਈਮ ਟੂ ਟਾਈਮ। ਸੋ ਥੈਂਕ ਯੂ ਫॉर ਵਾਚਿੰਗ, ਥੈਂਕ ਯੂ ਅ ਲੋਟ।